जैसे कि हम जानते हैं कि परमेश्वर के लिए कोई भी काम करना कठिन नहीं है। परमेश्वर ये देखते हैं कि आपका विश्वास कितना है, और जो कोई उसके ऊपर विश्वास करता है वो परमेश्वर की महिमा को देखता है। और परमेश्वर ने इस बहन की जिंदगी में बहुत ही बड़ा और अद्भुत काम किया और सालों पुरानी शर्मिंदगी को खत्म करके एक सुंदर और आनंद से भरा हुआ जीवन दिया। तो आइए इस बहन के जीवन में हुए अद्भुत काम को देखते हैं। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਮੇਰਾ ਨਾਮ ਸੁਮਨ ਆ, ਮੈਂ ਬਟਾਲਾ ਦੀ ਰਹਿਣ ਵਾਲੀ ਆ। ਮੈਂ ਆਪਣੀ ਜ਼ਿੰਦਗੀ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿ ਕਿੱਦਾਂ ਪਰਮੇਸ਼ਰ ਨੇ ਮੈਨੂੰ ਸ਼ੈਤਾਨੀ ਬੰਧਨਾਂ ਤੋਂ ਆਜ਼ਾਦ ਕੀਤਾ। ਹੁਣ ਮੇਰੀ ਉਮਰ 28 ਸਾਲ ਆ। ਜਦੋਂ ਮੈਂ 10 ਸਾਲ ਦੀ ਸੀ ਮੇਰੇ ਤੇ ਸ਼ੈਤਾਨੀ ਅਟੈਕ ਸ਼ੁਰੂ ਹੋ ਗਏ। ਮੈਨੂੰ ਸੁਪਨਿਆਂ ਦੇ ਰਾਹੀਂ ਸੱਪ ਨਜ਼ਰ ਆਉਂਦੇ ਸੀ, ਪਾਣੀ ਨਜ਼ਰ ਆਉਂਦਾ ਸੀ। ਇਦਾਂ ਲੱਗਦਾ ਸੀ ਕਿ ਜਿੱਦਾਂ ਮੈਨੂੰ ਕੋਈ ਪਾਣੀ ਦੇ ਵਿੱਚ ਡੁਬੋ ਰਿਹਾ ਆ ਤੇ ਮੈਨੂੰ ਦਬਾਅ ਹੁੰਦਾ ਸੀ। ਮੇਰੇ ਨੀਲ ਪੈਣੇ ਸਟਾਰਟ ਹੋ ਗਏ। ਮੇਰਾ ਕੋਈ ਜਿੱਦਾਂ ਗਲਾ ਦਬਾ ਰਿਹਾ ਆ। ਮੇਰੇ ਨਾਲ ਸੁਪਨਿਆਂ ਦੇ ਰਾਹੀਂ ਸ਼ੈਤਾਨ ਗਲਤ ਰਿਲੇਸ਼ਨ ਬਣਾਉਂਦਾ ਹੁੰਦਾ ਸੀ। ਮੈਂ ਬਹੁਤ ਜ਼ਿਆਦਾ ਡਰਦੀ ਹੁੰਦੀ ਸੀ, ਚੀਕਾਂ ਮਾਰਦੀ ਹੁੰਦੀ ਸੀ। ਮੇਰੀ ਏਜ ਵੀ ਨਹੀਂ ਸੀ ਇੰਨੀ ਜ਼ਿਆਦਾ ਕਿ ਮੈਂ ਮਤਲਬ ਕੁਝ ਸੋਚ ਸਕਾਂ ਕਿ ਮੇਰੇ ਨਾਲ ਕੀ ਹੁੰਦਾ ਪਿਆ ਆ। ਤੇ ਮੈਂ ਬਹੁਤ ਜ਼ਿਆਦਾ ਟੈਨਸ਼ਨ 'ਚ ਰਹਿਣ ਲੱਗੀ, ਬਹੁਤ ਜ਼ਿਆਦਾ ਬਿਮਾਰ ਵੀ ਰਹਿਣ ਲੱਗੀ ਇਹਨਾਂ ਚੀਜ਼ਾਂ ਦੇ ਕਰਕੇ। ਤੇ ਮੇਰੀ ਫੈਮਿਲੀ ਨੂੰ ਵੀ ਨਹੀਂ ਸੀ ਪਤਾ ਕਿ ਮੇਰੇ ਨਾਲ ਹੋਣ ਕੀ ਡਿਆ ਆ। ਹਮੇਸ਼ਾ ਮੈਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਮੇਰੇ ਨਾਲ ਕੋਈ ਚੱਲ ਰਿਹਾ ਆ ਤਾਂ ਮੈਂ ਆਪਣੇ ਘਰੋਂ ਵੀ ਭੱਜ ਜਾਂਦੀ ਹੁੰਦੀ ਸੀ। ਮੈਂ ਆਪਣਾ ਘਰ ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਜਿੱਦਾਂ ਮੇਰੇ ਕੋਈ ਨਾਲ ਆ ਤੇ ਮੈਂ ਆਪਣੇ ਘਰੋਂ ਵੀ ਭੱਜ ਜਾਂਦੀ ਹੁੰਦੀ ਸੀ। ਤੇ ਕਦੀ ਮੈਂ ਕਿਤੇ ਚਲ ਜਾਂਦੀ ਹੁੰਦੀ ਸੀ, ਕਦੀ ਮੈਂ ਕਿਤੇ ਚਲ ਜਾਂਦੀ। ਮੇਰੀ ਫੈਮਿਲੀ ਫੇਰ ਮੈਨੂੰ ਲੈ ਆਉਂਦੀ ਸੀ ਕਿਉਂਕਿ ਮੈਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਮੈਨੂੰ ਘਰੋਂ ਵੀ ਡਰ ਲੱਗਦਾ ਆ ਤੇ ਮੈਂ ਘਰੋਂ ਭੱਜਾਂ, ਮੈਂ ਇੱਥੇ ਰਵਾਂ ਹੀ ਨਾ। ਇਸੇ ਵਜ੍ਹਾ ਦੇ ਕਾਰਨ ਮੈਂ ਆਪਣੀ ਪੜ੍ਹਾਈ ਵੀ ਛੱਡ ਦਿੱਤੀ ਵੀ ਮੇਰਾ ਪੜ੍ਹਾਈ ਦੇ ਵਿੱਚ ਮਨ ਨਹੀਂ ਸੀ ਲੱਗਦਾ। ਮੈਂ ਤਾਂ ਵਾਸ਼ਰੂਮ ਤੱਕ ਵੀ ਨਹੀਂ ਸੀ ਇਕੱਲੀ ਜਾ ਸਕਦੀ। ਹੌਲੀ ਹੌਲੀ ਮੇਰੀ ਉਮਰ ਵੱਧਦੀ ਗਈ। ਮੇਰੇ ਘਰਦਿਆਂ ਨੇ ਮੇਰੀ ਮੈਰਿਜ ਕਰਤੀ। ਮੈਰਿਜ ਤੋਂ ਬਾਅਦ ਵੀ ਮੇਰੇ ਨਾਲ ਸੇਮ ਅਟੈਕ ਫੇਰ ਉੱਦਾਂ ਹੀ ਹੋਣ ਲੱਗ ਗਏ। ਮੇਰੇ ਘਰਦਿਆਂ ਨਾਲ ਮੇਰੀ ਲੜਾਈ ਹੋਣ ਲੱਗ ਗਈ। ਸਹੁਰੇ ਪਰਿਵਾਰ 'ਚ ਵੀ ਮੇਰਾ ਮਨ ਨਹੀਂ ਸੀ ਲੱਗਦਾ ਹੁੰਦਾ। ਮੈਂ ਨਿੱਕੀ ਨਿੱਕੀ ਗੱਲ ਤੋਂ ਆਪਣੇ ਪਰਿਵਾਰ ਦੇ ਨਾਲ ਲੜ ਪੈਂਦੀ ਹੁੰਦੀ ਸੀ ਤੇ ਮੇਰਾ ਜੀਣ ਦਾ ਵੀ ਦਿਲ ਨਹੀਂ ਸੀ ਕਰਦਾ ਹੁੰਦਾ। ਮੈਂ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। 3 ਵਾਰ ਮੈਂ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। 1 ਵਾਰੀ ਮੈਂ ਦਵਾਈ ਖਾਧੀ, ਦੂਜੀ ਵਾਰੀ ਮੈਂ ਪੱਖੇ ਦੇ ਨਾਲ ਲਟਕਣ ਦੀ ਕੋਸ਼ਿਸ਼ ਕੀਤੀ ਤਾਂ ਤੀਜੀ ਵਾਰੀ ਮੈਂ ਗੱਡੀ ਦੇ ਥੱਲੇ ਆਉਣ ਦੀ ਕੋਸ਼ਿਸ਼ ਕੀਤੀ। ਮੇਰੀ ਮੈਰਿਜ ਲਾਈਫ ਵੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਸੀ ਤੇ ਸਾਡੇ ਦੋਵਾਂ ਹਸਬੈਂਡ ਵਾਈਫ ਦੇ ਵਿੱਚ ਵੀ ਬਣਦੀ ਨਹੀਂ ਸੀ ਹੁੰਦੀ। ਅਸੀਂ ਬਹੁਤ ਜ਼ਿਆਦਾ ਲੜਦੇ ਹੁੰਦੇ ਸੀ। ਮੈਂ ਆਪਣੇ ਘਰੇ ਚਲ ਜਾਂਦੀ ਹੁੰਦੀ ਸੀ। ਮਹੀਨਾ 2 ਮਹੀਨੇ ਮੈਂ ਆਪਣੇ ਘਰ ਰਹਿੰਦੀ ਹੁੰਦੀ ਸੀ, ਫੇਰ ਆ ਜਾਂਦੀ ਸੀ। ਫੇਰ ਉਹੀ ਚੀਜ਼ਾਂ ਮਤਲਬ ਮੇਰੇ ਨਾਲ ਸੇਮ ਹੋਣ ਲੱਗ ਗਈਆਂ। ਫੇਰ ਉਹੀ ਲੜਾਈ ਝਗੜਾ। ਜਦੋਂ ਮੈਂ ਡਿਪਰੈਸ਼ਨ 'ਚ ਚਲ ਗਈ ਸੀ, ਮੈਂ ਬਹੁਤ ਜ਼ਿਆਦਾ ਵੀਕ ਹੋ ਗਈ ਸੀ। ਮੇਰਾ ਕੁਛ ਵੀ ਖਾਣ ਪੀਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ। ਮੈਂ ਇਕੱਲੀ ਬੈਠ ਕੇ ਇਹੀ ਸੋਚਦੀ ਰਹਿੰਦੀ ਹੁੰਦੀ ਸੀ ਕਿ ਮੇਰੇ ਨਾਲ ਕੀ ਹੋ ਰਿਹਾ ਹੈ। ਇਸੇ ਤਰ੍ਹਾਂ ਇਹ ਅਟੈਕ ਮੇਰੇ ਨਾਲ ਹੁੰਦੇ ਗਏ, ਬਹੁਤ ਜ਼ਿਆਦਾ ਵੱਧ ਗਏ ਤੇ ਮੈਨੂੰ ਕਿਤੋਂ ਵੀ ਆਰਾਮ ਨਹੀਂ ਸੀ ਮਿਲਿਆ। ਫਿਰ ਮੈਨੂੰ ਕਿਸੇ ਵਿਸ਼ਵਾਸੀ ਨੇ ਖਾਮਰਾ ਚਰਚ ਬਾਰੇ ਦੱਸਿਆ ਕਿ ਤੁਸੀਂ ਉੱਥੇ ਜਾਓ, ਉੱਥੇ ਬਹੁਤ ਵੱਡੇ ਵੱਡੇ ਕੰਮ ਹੁੰਦੇ ਨੇ ਤੇ ਤੁਸੀਂ ਵੀ ਆਪਣੇ ਬੰਧਨਾਂ ਤੋਂ ਆਜ਼ਾਦ ਹੋ ਜਾਓਗੇ। ਫਿਰ ਜਦੋਂ ਮੈਂ ਪਹਿਲੀ ਵਾਰ ਖਾਮਰਾ ਚਰਚ ਆਈ ਤੇ ਇੱਥੇ ਆ ਕੇ ਜਦੋਂ ਮੈਂ ਗਵਾਹੀਆਂ ਨੂੰ ਸੁਣਿਆ, ਵਚਨਾਂ ਨੂੰ ਸੁਣਿਆ ਤੇ ਮੇਰੇ ਮਨ ਨੂੰ ਸ਼ਾਂਤੀ ਆਈ। ਮੈਨੂੰ ਇਦਾਂ ਲੱਗਾ ਕਿ ਮੈਂ ਵੀ ਇਹਨਾਂ ਬੰਧਨਾਂ ਤੋਂ ਆਜ਼ਾਦ ਹੋਵਾਂਗੀ। ਫਿਰ ਮੇਰਾ ਵਿਸ਼ਵਾਸ ਪ੍ਰਭੂ ਤੇ ਵੱਧ ਗਿਆ। ਫਿਰ ਮੈਂ ਲਗਾਤਾਰ ਚਰਚ ਆਉਣਾ ਸਟਾਰਟ ਕੀਤਾ। ਫਿਰ ਇੱਕ ਦਿਨ ਮੈਂ ਖਾਮਰਾ ਚਰਚ ਮੰਗਲਵਾਰ ਆਈ ਤਾਂ ਮੈਂ ਕਾਉਂਸਲਿੰਗ ਟੀਮ ਨਾਲ ਮਿਲ ਕੇ ਆਪਣਾ ਕੇਸ ਉਹਨਾਂ ਨੂੰ ਦੱਸਿਆ ਤੇ ਉਹਨਾਂ ਨੇ ਫ੍ਰੀ ਲੇ ਹੈਂਡ ਕਾਰਡ ਮੈਨੂੰ ਭਰ ਕੇ ਦਿੱਤਾ। 19 ਮਾਰਚ 2023 ਨੂੰ ਮੈਂ ਖਾਮਰਾ ਚਰਚ ਆਈ ਤਾਂ ਮੇਰੇ ਤੇ ਪਰਮੇਸ਼ਰ ਦੇ ਦਾਸੀ ਦੇ ਦੁਆਰਾ ਲੇ ਹੈਂਡ ਹੋਈ। ਜਦੋਂ ਪਰਮੇਸ਼ਰ ਦੀ ਦਾਸੀ ਦਾ ਹੱਥ ਮੇਰੇ ਸਿਰ ਦੇ ਉੱਤੇ ਆਇਆ ਤਾਂ ਮੈਨੂੰ ਬਹੁਤ ਹਲਕਾ ਮਹਿਸੂਸ ਹੈ। ਇਦਾਂ ਲੱਗਾ ਕਿ ਜਿੱਦਾਂ ਮੇਰੇ ਅੰਦਰੋਂ ਕੋਈ ਚੀਜ਼ ਨਿਕਲ ਕੇ ਗਈ। ਉਸ ਲੇ ਹੈਂਡ ਤੋਂ ਬਾਅਦ ਜਦੋਂ ਮੈਂ ਆਨੰਦ ਨਾਲ ਭਰ ਕੇ ਆਪਣੇ ਘਰ ਗਈ, ਮੈਨੂੰ ਕੋਈ ਡਰਾਵਨਾ ਸੁਪਨਾ ਨਹੀਂ ਆਇਆ, ਕੋਈ ਦੁਸ਼ਟ ਆਤਮਾ ਦਾ ਅਟੈਕ ਨਹੀਂ ਹੋਇਆ। ਮੈਂ ਬਹੁਤ ਖੁਸ਼ ਸੀ ਆਪਣੀ ਫੈਮਿਲੀ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਮੈਂ ਬਹੁਤ ਖੁਸ਼ ਸੀ। ਉਸ ਲੇ ਹੈਂਡ ਤੋਂ ਬਾਅਦ ਕੋਈ ਮੈਨੂੰ ਸੁਪਨਾ ਨਹੀਂ ਆਇਆ, ਕੋਈ ਮੇਰੇ ਤੇ ਅਟੈਕ ਨਹੀਂ ਆਇਆ, ਕੋਈ ਮੈਨੂੰ ਡਰ ਨਹੀਂ ਲੱਗਦਾ। ਮੈਂ ਹੁਣ ਪੂਰੀ ਤਰ੍ਹਾਂ ਆਪਣੀ ਫੈਮਿਲੀ ਦੇ ਵਿੱਚ ਖੁਸ਼ ਹਾਂ। ਮੈਨੂੰ ਕੋਈ ਪਰੇਸ਼ਾਨੀ ਨਹੀਂ ਆ, ਕੋਈ ਦੁੱਖ ਨਹੀਂ ਹੈ। ਮੈਂ ਬਿਲਕੁਲ ਆਜ਼ਾਦ ਹਾਂ। ਹੁਣ ਮੇਰੀ ਮੈਰਿਜ ਲਾਈਫ ਵੀ ਬਹੁਤ ਵਧੀਆ ਆ। ਅਸੀਂ ਆਪਣੀ ਫੈਮਿਲੀ ਦੇ ਨਾਲ, ਮੈਂ ਆਪਣੇ ਹਸਬੈਂਡ ਨਾਲ, ਆਪਣੇ ਬੱਚਿਆਂ ਦੇ ਨਾਲ ਬਹੁਤ ਖੁਸ਼ ਹਾਂ। ਅੱਜ ਵੀ ਜਿਹੜੇ ਸ਼ੈਤਾਨੀ ਬੰਧਨਾਂ ਦੇ ਵਿੱਚ ਫਸੇ ਹੋਏ ਨੇ, ਪਰਮੇਸ਼ਰ ਤੇ ਵਿਸ਼ਵਾਸ ਰੱਖੋ, ਅੜੇ ਤੇ ਖੜੇ ਰਹੋ। ਜਿੱਦਾਂ ਪਰਮੇਸ਼ਰ ਨੇ ਮੈਨੂੰ ਉਹਨਾਂ ਬੰਧਨਾਂ ਤੋਂ ਆਜ਼ਾਦ ਕੀਤਾ, ਤੁਹਾਨੂੰ ਵੀ ਕਰੇਗਾ।
ਇਸ ਵੱਡੇ ਛੁਟਕਾਰੇ ਦੇ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਅਤੇ ਪਰਮੇਸ਼ਰ ਦਾਸ ਅਤੇ ਦਾਸੀ ਦਾ ਵੀ ਧੰਨਵਾਦ ਕਰਦੀ ਹਾਂ। ਸਾਰਿਆਂ ਨੂੰ ਚੈਨਸੀ ਦੀ। ये भाई छोटी उम्र में ही नशों में पड़ गए थे, जिसकी वजह से इनका पूरा जीवन जो था वो नशों के कारण, गलत संगति के कारण खराब हो चुका था और बहुत कोशिश करते थे उन चीज़ों से निकलने के लिए, पर कभी भी उन चीज़ों को छोड़ नहीं पा रहे थे। जब मैंने अपने दोस्तों के साथ पहली बार बैठ के शराब का नशा किया तो मेरे को अच्छा लगा। तो ऐसे ऐसे मेरे नशे की लत बढ़ने लगी और जितना भी मैं कमाता था कंपनी में, उससे आधे से ज़्यादा सैलरी मेरी नशे में चली जाती थी। इन्हीं नशों की वजह से मैं डिप्रेशन में चला गया, रात रात भर नींद नहीं आती थी, कर्जा हो गया था और मेरी जॉब भी छूट गई थी। पर जब अंकुर नूला मिनिस्ट्रीज में इन्होंने लगातार आना शुरू किया, परमेश्वर ने आजाद करके एक नया जीवन दिया। तो आइए इस भाई की इस मार्वलस टेस्टमनी को हम देखते हैं। हालेलुया, सबको जय मसीह की। मेरा नाम मोहित है, मैं गुड़गांव हरियाणा का रहने वाला हूं और मैं अपने जीवन की सबसे बड़ी गवाही को देने जा रहा हूं कि परमेश्वर ने कैसे मेरे जीवन में काम किया और मुझे नशों से आज़ाद किया। 2012 में जब मैंने अपनी कॉलेज की स्टडी स्टार्ट की तो मेरा फ्रेंड सर्कल ऐसा नशे वाला हो गया, उनके साथ मैं घूमता फिरता उठता बैठता था। तो हमने एक दिन प्लान बनाया कि हम क्लास से छुट्टी मार के, बंक मार के कहीं बाहर जाएं और वहाँ पे बैठ के ड्रिंक करें। तो हमने प्लान बनाया और हमने दारू की बोतल मंगाई और मेरा भी इंटरेस्ट बना कि मैं भी पी के देखूं आज कि कैसा लगता है। जब मैंने अपने दोस्तों के साथ पहली बार बैठ के शराब का नशा किया तो मेरे को अच्छा लगा और मुझे मतलब दिमाग में एक शांति सी महसूस हुई। तो मेरे को लगा कि हाँ ये अच्छा है। फिर ऐसे ही हम नेक्स्ट वीक फिर बंक मार के ऐसे ही फिर नशे के लिए गए और हमने फिर पिया। तो ऐसे ऐसे मेरे नशे की लत बढ़ने लगी। एक बार ऐसा हुआ, मैं और मेरे दोस्त एक शादी में चले गए, वहाँ पे हमने ड्रिंक की और वहाँ मैंने बहुत ज़्यादा ड्रिंक की। बैट लगा ली मैंने कि कौन सबसे ज़्यादा पिएगा और मैंने बहुत ज़्यादा वहाँ पे ड्रिंक कर ली। उस ड्रिंक के दौरान मेरे वोमिटिंग हुई और मुझे होश नहीं रहा बिल्कुल भी। तो मेरे दोस्तों ने मेरे भाई के पास कॉल किया कि भाई अपने भाई को ले जा, इसने बहुत ज़्यादा पी ली है। तो मेरा भाई आया और वो मुझे लेके गया और उसने मेरे मारी और मुझे डांटा कि आज के बाद ड्रिंक नहीं करेगा। लेकिन फिर भी मेरे से ड्रिंक नहीं छूटी और मैं फिर भी पीता रहा। फिर उसके बाद जब मैं होश में आया सुबह तो मेरे भाई ने मेरे को डांटा और मुझे बहुत ज़्यादा शर्मिंदगी महसूस हुई क्योंकि मेरा भाई ड्रिंक नहीं करता। और उसने जब मेरे को डांटा तो मेरे को बहुत ही अजीब लगा और शर्मिंदगी महसूस हुई कि मैं इतनी ज़्यादा पी के और मेरे को होश नहीं, वोमिटिंग, और मेरे भाई मेरे को लेके आया वहाँ से। मैं बहुत शर्मिंदा हुआ। लेकिन फिर मैंने कोशिश की कि मैं नहीं पीऊँगा, लेकिन मुझसे कंट्रोल नहीं हुआ। मैं फिर उसी लड़कों में, उन्हीं फ्रेंड्स में जाके बैठ के फिर से मैंने पीने लगा। फिर मैंने अपना कॉलेज कंप्लीट किया। फिर मैंने एक जॉब सर्च की मैं एक जॉब में लगा जहाँ मुझको ठेकेदार की जॉब मिली, जहाँ हम लड़कों को कंपनी में लगवाते थे। जब मैंने कंपनी में ज्वाइन किया तो जो मेरे वहाँ के भी लोग थे उनके साथ भी मैंने बैठ के ड्रिंक करना स्टार्ट कर दिया। और हमने एक बाहर ऑफिस लिया। उस ऑफिस में बैठ के हम दिन में तो लड़कों को भर्ती कराते थे, लेकिन शाम को हम 3 बजे के बाद वहाँ पे हमारी बोतल खुल जाती थी। उसके बाद वहाँ पे हमने हुक्का भी रख लिया और हुक्का भी साथ साथ हम पीते थे। तो फिर मैं रेगुलर उसको पीने लगा, हुक्के को भी और ड्रिंक को भी। ये मेरा डेली का काम हो गया। जैसे ही 3 बजे के बाद हमारा काम कंप्लीट हुआ, उसके बाद हम सीधा ड्रिंक करते थे और हुक्का पीते थे। कभी कभी 9 भी बज जाते थे, रात के 10 भी बज जाते थे, 11 भी बज जाते थे। और 11, 12 बजे मैं घर पे जाता था। और जब हम ज़्यादा पी लेते थे वहाँ पे ऑफिस पे बैठ के सारे हमारे कंपनी के मिल के, तो उसके बाद हम लड़ाई झगड़ा करते थे, मारपीट करते थे। जो वो ड्राइवर होते थे गाड़ी वाले, के साथ लड़ाई झगड़ा करते थे। और जितना भी मैं कमाता था कंपनी में, उससे आधे से ज़्यादा सैलरी मेरी नशे में चली जाती थी। और जब मेरे पास पैसा नहीं होता था नशा करने का,
तो मैं अपने दोस्तों से मांगता था, और मेरे को दोस्त भी अगर पैसा नहीं देते थे तो मैं प्राइवेट ऐप से लोन उठाता था और उनसे मैं ड्रिंक करता था। और मेरी ड्रिंक करने की लत सब ज़्यादा बढ़ गई थी, और मैं घर जाने के बाद भी कई बार ऐसा हुआ कि मैं पूरी पूरी रात ड्रिंक करता था और मैं घर नहीं जाता था। इन्हीं नशों की वजह से मैं डिप्रेशन में चला गया, रात रात भर नींद नहीं आती थी, कर्जा हो गया था और मेरी जॉब भी छूट गई थी। उसके बाद मैं 3 महीने अपने घर रहा, अकेला अकेला रहता था, किसी से बात नहीं करता था। इसी नशे के साथ मैं पूरी तरह से डिप्रेशन में चला गया। मुझसे कोई भी काम नहीं होता था, कहीं भी जाता था मैं उल्टा घर पे आ जाता था, पूरी पूरी रात में रोता था, मैं घबराया रहता था पूरा पूरा दिन। मेरी पूरी लाइफ पूरी लॉस्ट हो चुकी थी। और इसी के साथ साथ मैं अन्य जगहों पे भी गया था, लेकिन मुझे कहीं से भी कोई इलाज नहीं मिला, कोई भी छुटकारा नहीं मिला, कोई भी शांति नहीं मिली। मैंने बहुत बार कोशिश की कि मैं इस नशों से, इस डिप्रेशन से आज़ाद हूँ, लेकिन मैं हो नहीं पा रहा था। फिर एक दिन घर पर बैठ के मैं फ़ोन में यूट्यूब चला रहा था, तो मेरे सामने अंकुर नरोला मिनिस्ट्री की क्लिप आई जिसमें प्रार्थना चल रही थी, और उसको मैंने देखा और मेरे को अच्छा लगा। और जब मैं उस वीडियो को देख रहा था तो आंखों से आंसू निकलने लगे, और फिर मैं इस तरह अंकुर नरोला मिनिस्ट्री को लगातार फॉलो करने लगा, डेली उनकी मीटिंग देखने लगा, और मेरे को अच्छा लगा, मेरे को शांति मिली। और जब मैं गवाहियों को देखता था कि 20-20 साल, 40-40 साल से लोग जो नशे में थे वो आज़ाद हो रहे हैं, तो मैं क्यों नहीं हो सकता था। जब मैं ऑनलाइन मीटिंग को अटेंड करता था तो मेरे को अच्छा लगा। फिर मैं उसको लगातार अटेंड करने लगा, हर संडे हर थर्सडे में अटेंड करने लगा। फिर मैंने सोचा कि मैं एक बार जाता हूँ, और मैंने सर्च किया एड्रेस को, और फिर मैं अंकुर नरोला। जब मैं पहली बार खामरा चर्च में आया, तो जब मैंने मीटिंग को अटेंड किया तो मेरे को बहुत अच्छा लगा और बहुत ही हल्का महसूस हुआ और बहुत ही शांति मिली। फिर मैं एक दिन मंगलवार को खामरा चर्च में आया और काउंसलिंग टीम से मिला, और मैंने उनसे अपना सारा विषय बताया, और मैंने बताया उनको कि मैं नशा नहीं छोड़ पा रहा हूँ। फिर काउंसलिंग टीम ने मेरी कंडीशन को देख के फ्री ले हैंड कार्ड बनाया। फिर 12 मार्च 2023 को जब मैं खामरा चर्च में आया तो परमेश्वर के दास ने मेरे सिर पर हाथ रख के ले हैंड प्रार्थना की। मुझको है दीन नज़ार, रब से मिला दिया। और जैसे ही परमेश्वर के दास ने मेरे सिर पर हाथ रखा, मेरी पूरी बॉडी गर्म हो गई और मुझे बहुत ज़्यादा रोना आया और मुझे हल्का फील हुआ। उस ले हैंड प्रार्थना के बाद मैं आज पूरी तरह से आज़ाद हूँ। मेरे जीवन में कोई भी नशा नहीं है, कोई भी डिप्रेशन नहीं है, मैं पूरी तरह से आज़ाद हूँ और मैं बैप्टिज़्म ले चुका हूँ। मेरी ज़िंदगी ब्लेस है। जो लोग मेरे साथ बैठ के ड्रिंक करते थे वो आज मुझे देखते हैं और वो मेरे को पूछते हैं कि ये कैसे बदल गया। मैं उनको फिर प्रभु के बारे में बताता हूँ कि प्रभु ने मेरे को आज़ाद किया है। जितने भी यूथ नशे में हैं उन्हें मैं एक ही बात कहना चाहता हूँ कि प्रभु यीशु मसीह ने जैसे मेरा छुटकारा किया है, प्रभु यीशु मसीह उनका भी छुटकारा करेंगे, क्योंकि वही जीवित परमेश्वर है, वही उन्हें छुटकारा और आज़ाद कर सकते हैं। इस बड़े छुटकारे के लिए मैं परमेश्वर का धन्यवाद करता हूँ और परमेश्वर के दास दासी का धन्यवाद करता हूँ। सबको जय मसीह की। जैसा कि परमेश्वर के वचन में यिर्मयाह 30 उसकी 17 आयत में लिखा है, परमेश्वर ने कहा, मैं तेरा इलाज करके तेरे घावों को चंगा करूंगा। तो आज आप इस भाई की गवाही को सुनेंगे कि कैसे परमेश्वर ने इस भाई के घावों को चंगा करके इसको फिर से खड़ा किया। हालेलुया। साਰਿਆਂ ਨੂੰ ਜੈ ਮਸੀਹ ਕੀ। ਮੇਰਾ ਨਾਮ ਮਨਜੀਤ ਸਿੰਘ ਆ। ਮੈਂ ਸੰਗਰੂਰ ਦਾ ਰਹਿਣ ਵਾਲਾ ਹਾਂ। मैं अपनी जीवन की बहुत ही बड़ी गवाही देन जा रहा हाँ। जनवरी 2025 30 तरीक राती 2:10 की गल है। वह मैं अचानक वाशरूम वास्ते उठा सी ते मैं वाशरूम जाके जो वापस मुड़न लग्या शैंक दे विच मैंने अचानक थुक्या ना, उस दे विच ब्लड आ गया। थुकन कारण मैं घबरा गया। उस तो बाद जब मैं अपने घरदिਆਂ ਨੂੰ उठाया कि मैं कहा ब्लड आ रहा, तुसीं मैनू हॉस्पिटल लै चलो, वो घबरा गए। उदों बाद चों मैनू सिविल हॉस्पिटल संगरूर एमरजेंसी च लैके गए। डॉक्टर नूं जद असीं मैंने कहा भी डॉक्टर साहब मैनू साह लैण च बहुत प्रॉब्लम आ रही है, वो कहंदे भी हुण इहनूं एडमिट करना पऊगा।
ਐਡਮਿਟ ਕਰਿਆ ਐਮਰਜੈਂਸੀ 'ਚ। ਮੈਨੂੰ ਐਮਰਜੈਂਸੀ 'ਚ ਉਹਨਾਂ ਨੇ ਮੇਰੇ ਟੀਕੇ ਲਗਾਤੇ ਤੇ ਆਕਸੀਜਨ ਲਗਾਤੀ। ਮੇਰੇ ਮੂੰਹ ਦੇ ਵਿੱਚ ਬਲੱਡ ਇੰਨਾ ਨਿਕਲਦਾ ਸੀ ਬਲੱਡ ਕਿ ਬਲੱਡ ਦੇ ਨਾਲ ਨਾਲ ਮਾਸ ਦੇ ਵੀ ਟੁਕੜੇ ਵੀ ਨਾਲ ਆਉਂਦੇ ਸੀ ਬਲੱਡ ਦੇ। ਸੰਗਰੂਰ ਜਦ ਮੇਰੀ ਹਾਲਤ ਦੇਖੀ ਵੀ ਇਹ ਜ਼ਿਆਦਾ ਸੀਰੀਅਸ ਆ, ਉਹਨਾਂ ਨੇ ਮੈਨੂੰ ਪਟਿਆਲੇ ਰੈਫਰ ਕਰਤਾ ਸਿਵਲ ਹਸਪੀਟਲ ਰਜਿੰਦਰਾ 'ਚ। ਪਟਿਆਲੇ ਹਸਪੀਟਲ ਪਹੁੰਚਣ ਤੋਂ ਜਦ ਪਹੁੰਚ ਗਏ ਅਸੀਂ, ਉਹਨਾਂ ਨੇ ਮੇਰੇ ਟੀਕੇ ਲਗਾਏ ਵੀ ਟੀਕੇ ਲਗਾਉਣ ਤੋਂ ਬਾਅਦ ਆਕਸੀਜਨ ਪੈਪ ਲਗਾਤੀ। 12 ਟੀਕੇ ਤਾਂ ਮੇਰੇ ਕੰਟੀਨਿਊ ਜਿਹੜੇ 24 ਘੰਟੇ ਚੱਲਦੇ ਰਹਿੰਦੇ ਸੀ ਬਾਂਹ ਦੇ ਵਿੱਚ। 10 ਤੋਂ 12 ਦਿਨ ਜਿੰਨੇ ਦਿਨ ਮੈਂ ਹਸਪੀਟਲ 'ਚ ਰਿਹਾ, ਨਾ ਤਾਂ ਮੈਂ ਕੁਝ ਖਾਂਦਾ ਸੀ ਨਾ ਹੀ ਮੈਂ ਪੀਂਦਾ ਸੀ, ਪੂਰਾ ਬੈੱਡ ਤੇ ਸੀ। ਬਿਲਕੁਲ ਹੀ ਮੇਰਾ ਖਾਣਾ ਪੀਣਾ ਵੀ ਰੁਕ ਗਿਆ ਸੀ, ਨਾ ਹੀ ਮੈਂ ਕੁਝ ਖਾ ਸਕਦਾ ਸੀ ਨਾ ਹੀ ਕੁਝ ਮੈਂ ਪੀ ਸਕਦਾ ਸੀ। ਤੇ ਡਾਕਟਰਾਂ ਨੂੰ ਪੁੱਛਦੇ ਸੀ ਵੀ ਡਾਕਟਰ ਸਾਹਿਬ ਕੀ ਹੋਇਆ। ਜੇ ਮੈਂ ਬੈੱਡ ਤੋਂ 10 ਕਦਮ ਵੀ ਤੁਰਦਾ ਸੀ ਤਾਂ ਮੈਨੂੰ ਹਸਪੀਟਲ ਦੇ ਵਿੱਚ ਸਾਹ ਲੈਣ 'ਚ ਬਹੁਤ ਹੀ ਪ੍ਰੋਬਲਮ ਹੁੰਦੀ ਸੀ। ਉਹ ਆ ਕੇ ਮੈਨੂੰ ਫਿਰ ਦੁਬਾਰੇ ਆਕਸੀਜਨ ਲਗਾਉਣੀ ਪੈਂਦੀ ਸੀ। ਤਾਂ ਵੀ ਹਸਪੀਟਲ ਦੇ ਵਿੱਚ ਜਿੰਨਾ ਚਿਰ ਰਿਹਾ ਮੈਂ ਉਦੋਂ ਵੀ ਉਹਨਾਂ ਚਿਰ ਮੈਂ ਆਕਸੀਜਨ ਤੋਂ ਬਗੈਰ ਨਹੀਂ ਰਿਹਾ ਸੀ। ਬੈੱਡ ਤੇ ਪੂਰੀ ਤਰ੍ਹਾਂ ਬੈੱਡ ਤੇ ਆਉਣ ਤੋਂ ਮਗਰੋਂ ਮੈਨੂੰ ਐ ਸੀ ਵੀ ਪਤਾ ਨਹੀਂ ਮੈਂ ਹਸਪੀਟਲ 'ਚੋਂ ਜਾ ਸਕੂੰਗਾ ਵਾਪਸ ਜਾਂ ਨਹੀਂ ਜਾ ਸਕੂੰਗਾ। ਮੇਰੇ ਬੁਰੇ ਖਿਆਲ ਆਉਂਦੇ ਸੀ ਮਨ ਦੇ ਵਿੱਚ। ਇੰਜੈਕਸ਼ਨ ਜਿਹੜੇ 12 ਇੰਜੈਕਸ਼ਨ ਸੀ ਮੇਰੇ ਤਕਰੀਬਨ 24 ਘੰਟੇ ਦੇ ਵਿੱਚ ਪੂਰੇ ਹੁੰਦੇ ਸੀ। ਉਹ ਕਹਿੰਦੇ ਵੀ, ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਸ ਚੀਜ਼ ਦੇ ਨੇ, ਉਹ ਕਹਿੰਦੇ ਵੀ ਇਹ ਤੇਰੇ ਅੰਦਰੋਂ ਬਲੱਡ ਰੋਕਣ ਵਾਲੇ ਨੇ, ਵੀ ਜਿਹੜੇ ਤੇਰੇ ਅੰਦਰੋਂ ਬਲੱਡ ਆਉਣ ਲੱਗਿਆ ਸੀ ਵੀ ਉਹ ਰੋਕਣ ਵਾਲਾ। ਜਦ ਮੈਂ ਹਸਪੀਟਲ ਜਿੰਨਾ ਚਿਰ ਰਿਹਾ ਸੀ ਮੇਰਾ ਇੱਕ ਵਜਨ ਘਟ ਗਿਆ, ਮੇਰਾ ਬਲੱਡ ਘਟ ਗਿਆ। ਉਹ ਕਹਿੰਦੇ ਵੀ ਤੇਰੇ ਬੋਡੀ ਦੇ ਵਿੱਚ 6.5 ਗ੍ਰਾਮ ਖੂਨ ਰਹਿ ਗਿਆ। ਮੇਰੇ ਬੱਚੇ, ਮੇਰੀ ਵਾਈਫ, ਮੇਰੇ ਪਾਪਾ ਮੰਮੀ ਸਾਰੇ ਘਰੇ ਸਾਡੇ ਐ ਮਾਹੌਲ ਬਣਿਆ ਪਿਆ ਸੀ ਵੀ ਪਤਾ ਨਹੀਂ ਪਟਿਆਲੇ ਤੋਂ ਵਾਪਸ ਜਿੰਦਾ ਆਊਗਾ ਜਾਂ ਨਹੀਂ ਆਊਗਾ। ਤੇ ਅਗਰ ਮੈਨੂੰ ਵੀ ਸੀ ਵੀ ਮੈਂ ਵਾਪਸ ਪਤਾ ਨਹੀਂ ਘਰੇ ਆਪਦੇ ਜਾ ਸਕੂੰਗਾ ਜਾਂ ਨਹੀਂ ਜਾ ਸਕੂੰਗਾ। ਮੇਰੇ ਮਨ ਦੇ ਵਿੱਚ ਇਹੀ ਹੋਈ ਜਾਂਦਾ ਸੀ ਜਦੋਂ ਮੈਂ ਇਕੱਲਾ ਆਪਦੇ, ਮੇਰੇ ਕੋਲ ਨਹੀਂ ਕੋਈ ਬੈਠਦਾ ਸੀ ਬੈੱਡ ਕੋਲੇ, ਤਾਂ ਮੈਂ ਇਹੀ ਗੱਲਾਂ ਸੋਚਦਾ ਵੀ ਮੇਰੇ ਬੱਚਿਆਂ ਦਾ, ਮੇਰੀ ਵਾਈਫ ਦਾ, ਵੀ ਮੇਰੇ ਵੀ ਉਹਨਾਂ ਦਾ ਬਾਅਦ ਚੋਂ ਕੀ ਬਣੂਗਾ ਮੇਰੇ ਮਗਰੋਂ। ਇਹੀ ਗੱਲਾਂ ਮੈਂ ਸੋਚ ਕੇ ਘਬਰਾ ਜਾਂਦਾ ਸੀ। ਤਕਰੀਬਨ ਉਸ ਦੇ ਵਿੱਚ ਸਾਡਾ ਖਰਚਾ ਮੇਰੇ ਕੋਲੇ ਕੋਈ ਉਹ ਨਹੀਂ ਸੀ ਵੀ ਮੇਰੇ ਕੋਲੇ ਇੰਨੇ ਪੈਸੇ ਲਗਾਉਣ ਨੂੰ, ਜਾਂ ਮੇਰੇ ਘਰ ਦੀ ਹਾਲਾਤ ਦੇਖ ਕੇ ਵੀ ਸਾਡੇ ਕੋਲੇ ਇੰਨੇ ਪੈਸੇ ਲਗਾਉਣ ਨੂੰ ਹੋਣ। ਮੇਰੇ ਬ੍ਰਦਰ ਨੇ ਕਿਸੇ ਨਾ ਕਿਸੇ ਥਾਂ ਪੈਸੇ ਕਰਕੇ ਪਤਾ ਨਹੀਂ ਕਿਵੇਂ ਕਰੇ ਕਿਵੇਂ ਨਹੀਂ, ਮੰਮੀ ਡੈਡੀ ਨੇ, ਮੇਰੀ ਵਾਈਫ ਨੇ, ਇਹਨਾਂ ਨੇ ਮੇਰੇ ਤੇ ਤਕਰੀਬਨ 50-60 ਹਜ਼ਾਰ ਰੁਪਇਆ ਲਗਾਇਆ ਇਹਨਾਂ ਨੇ। ਮੈਂ ਖਾਂਬਰਾ ਚਰਚ ਨਾਲ 2018 ਤੋਂ ਜੁੜਿਆ ਹੋਇਆ ਸੀ ਕਿਉਂਕਿ ਮੈਂ ਵੱਡੇ ਇੱਥੇ ਗਵਾਹੀਆਂ ਸੁਣਦਾ ਸੀ, ਦੇਖਦਾ ਸੀ, ਮਹਿਸੂਸ ਕਰਦਾ ਸੀ ਮੈਨੂੰ ਵੀ ਪ੍ਰਭੂ ਹੀਲ ਕਰੂਗਾ, ਚੰਗਾ ਕਰੂਗਾ। ਹਸਪੀਟਲ ਦੇ ਵਿੱਚੋਂ ਛੁੱਟੀ ਕਰਾਉਣ ਤੋਂ ਮਗਰੋਂ ਮੇਰਾ ਵਿਸ਼ਵਾਸ ਸੀ ਕਿ ਮੈਂ ਖਾਂਬਰਾ ਜਾਣਾ। ਘਰ ਆ ਗਏ ਸੀ। ਘਰ ਆਉਣ ਤੋਂ ਬਾਅਦੋਂ ਅਸੀਂ ਐਂਬੂਲੈਂਸ ਵਾਲੀ ਗੱਡੀ ਕਰਾਈ। 9 ਫਰਵਰੀ 2025 ਨੂੰ ਜਦ ਮੈਨੂੰ ਉਰੇ ਖਾਂਬਰਾ ਚਰਚ ਅਸੀਂ ਆਏ, ਉਹਦੇ ਐਂਬੂਲੈਂਸ ਦੇ ਵਿੱਚ ਆਈ ਸੀ ਐਮਰਜੈਂਸੀ 'ਚ। ਜਦੋਂ ਉਹਨਾਂ ਨੇ ਮੈਨੂੰ ਐਂਬੂਲੈਂਸ 'ਚ ਉਤਾਰਨਾ ਸੀ, ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸੀ। ਉਸ ਤੋਂ ਬਾਅਦ ਮੈਨੂੰ ਵੀਲ ਚੇਅਰ ਤੇ ਲੈ ਕੇ ਗਏ ਆਪਣਾ ਐਮਰਜੈਂਸੀ ਹਾਲ ਦੇ ਵਿੱਚ। ਐਮਰਜੈਂਸੀ ਹਾਲ ਦੇ ਵਿੱਚ ਬਿਠਾਇਆ ਮੈਨੂੰ। ਉਸ ਦਿਨ ਪਰਮੇਸ਼ਰ ਦੇ ਦਾਸ ਨੇ ਖਾਸ ਬਿਮਾਰਾਂ ਲਈ ਪ੍ਰੇਅਰ ਕੀਤੀ ਤੇ ਉਸ ਪ੍ਰਾਰਥਨਾ ਨੂੰ ਮੈंने ਰਿਸੀਵ ਕੀਤਾ ਆਪਣੇ ਜੀਵਨ ਦੇ ਵਿੱਚ। हीलिंग हॉल खुदा का आत्मा तुम्हें हील कर रहा है, व्हील चेयर से आजाद कर रहा है, रोगों से आजाद कर रहा है। यीशु के नाम में, यीशु के नाम में तुम आजाद हो रहे हो। मरे हुए अंग जी उठे यीशु मसीह के नाम में। मुर्दा हड्डियां जी उठे यीशु के नाम में। प्रभु यीशु मसीह के सामर्थी नाम में हम मांगते हैं, आमीन। ऊंचाई आशीष हमारी। ਉਸ ਪ੍ਰਾਰਥਨਾ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਰਿਸੀਵ ਕੀਤਾ ਤੇ ਮੈਨੂੰ ਐ ਲੱਗਿਆ ਕਿ ਮੇਰੇ ਬੋਡੀ ਦੇ ਵਿੱਚੋਂ ਕੋਈ ਜਿਵੇਂ ਮੈਨੂੰ ਚੀਜ਼ ਛੱਡ ਕੇ ਗਈ ਹੁੰਦੀ ਆ। ਜਦ ਮੈਂ ਪ੍ਰਾਰਥਨਾ ਰਿਸੀਵ ਕਰੀ ਤੇ ਮੇਰੇ ਸਰੀਰ ਦੇ ਵਿੱਚ ਬਲ ਆਇਆ ਤੇ ਮੈਂ ਵੀਲ ਚੇਅਰ ਤੋਂ ਖੜਾ ਹੋ ਗਿਆ ਕਿ ਮੈਨੂੰ ਐ ਲੱਗਿਆ ਵੀ ਮੈਨੂੰ ਪਰਮੇਸ਼ਰ ਨੇ ਛੂ ਲਿਆ। ਉਸ ਪ੍ਰਾਰਥਨਾ ਦੇ ਬਾਅਦ ਰਿਸੀਵ ਕਰਨ ਤੋਂ ਬਾਅਦ ਮੈਂ ਪੂਰਾ ਹੀਲ ਹੋਇਆ। ਮੈਂ ਬਿਲਕੁਲ ਠੀਕ ਆ, ਨਾ ਹੀ ਮੇਰੇ 'ਚ ਕੋਈ ਬਲੱਡ ਆਇਆ। ਹੁਣ ਮੈਂ ਪੂਰੀ ਤਰ੍ਹਾਂ ਖਾਣਾ ਪੀਣਾ ਵੀ ਆ, ਤੰਦਰੁਸਤ ਆ, ਕੰਮਕਾਰ ਕਰਦਾ। ਹੁਣ ਮੈਂ ਤੇ ਮੇਰਾ ਪਰਿਵਾਰ, ਮੇਰੇ ਮੰਮੀ ਡੈਡੀ ਸਭ ਖੁਸ਼ ਨੇ, ਮੇਰੇ ਸਾਰੇ ਪਰਿਵਾਰ। ਜਿਹੜੇ ਲੋਕ ਅੱਜ ਵੀ ਬਿਮਾਰ ਨੇ ਜਾਂ ਵੈਂਟੀਲੇਟਰ ਤੇ ਨੇ, उनका अपना प्रभु ते विश्वास करन। जैसे मैनू हील किया परमेश्वर ने चंगा किया, सोनू भी चंगा करे। इस बड़ी चंगाई दे लई मैं प्रभु का धन्यवाद करदा हाँ ਅਤੇ ਪ੍ਰਭੂ ਦੇ ਦਾਸ ਦਾਸੀ ਦਾ ਧੰਨਵਾਦ ਕਰਦਾ ਹਾਂ। ਸਾਰਿਆਂ ਨੂੰ ਜੈ ਮਸੀਹ ਕੀ। तारीफ करें सबसे जोर